ਇਹ ਮੈਟਰ ਸਿੰਸ 2015-16 ਤੋਂ ਚੱਲ ਰਿਹਾ ਕਿ ਦੋ ਵੱਡੇ ਕਲੋਨਾਈਜ਼ਰ ਨੇ ਜਿਨ੍ਹਾਂ ਦੇ ਨਾਮ ਨੇ ਜਨਪਤ ਸਟੇਟ ਪ੍ਰਾਈਵੇਟ ਲਿਮਟਿਡ ਔਰ ਰਾਜਗੜ੍ਹ ਸਟੇਟ। ਦੇਖੋ ਇਹ ਜਿਹੜਾ ਲੈਟਰ ਉਹਨਾਂ ਨੇ ਗਲਾਡਾ ਨੂੰ ਕੱਢਿਆ। ਤੋ ਦੇਖੋ ਇੱਕ ਗੱਲ ਹਰਸ਼ ਜੀ ਕਲੀਅਰ ਹੈਗੀ ਕਿ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਕਲੀਅਰ ਕੱਟ ਆਰਡਰ ਨੇ ਵੀ ਕਿਸੇ ਵੀ ਤਰ੍ਹਾਂ ਦੀ ਐਨਕਰੋਚਮੈਂਟ ਨੂੰ ਰੈਗੂਲਰਾਈਜ਼ ਨਹੀਂ ਕੀਤਾ ਜਾ ਸਕਦਾ। ਵਰਬਲ ਤਾਂ ਮੈਂ ਕਿਸੇ ਨਾਲ ਕੋਈ ਗੱਲ ਆਫੀਸਰ ਨਾਲ ਨਹੀਂ ਕਰਦਾ, ਮੈਂ ਜੋ ਵੀ ਗੱਲ ਕਰਨੀ ਰਿਟਨ ਦੇ ਵਿੱਚ ਕਰਨੀ। ਮੇਰਾ ਖਿਆਲ ਆ ਕਈ ਚਿੱਠੀਆਂ ਕਈ RTI ਐਪਲੀਕੇਸ਼ਨਾਂ ਪਾ ਚੁੱਕਾ ਹੈ, ਚਾਹੇ ਉਹ ਗਲਾਡਾ ਹੋਵੇ, ਚਾਹੇ ਉਹ DDP ਆਫਿਸ ਹੋਵੇ, ਚਾਹੇ ਮੁੱਖ ਮੰਤਰੀ ਦਫ਼ਤਰ ਹੋਵੇ। ਇਹਨਾਂ ਨੇ ਖੁਦ ਆਰਡਰ ਦੇ ਵਿੱਚ ਡਿਪਟੀ ਕਮਿਸ਼ਨਰ ਆਫਿਸ ਨੂੰ ਮੈਂ ਚਿੱਠੀਆਂ ਕੱਢੀਆਂ, ਖੁਦ ਇਹ ਗੱਲ ਕੀਤੀ ਹੈ ਵੀ ਦਵਾ ਦਵ ਕਾਰਵਾਈ ਕਰਕੇ ਦੱਸੋ, ਇਹਦੀ ਰਿਪੋਰਟ ਕਰੋ, ਇਹਦਾ ਇਹ ਕਰੋ। ਮੇਰਾ ਖਿਆਲ ਆ ਘੱਟੋ ਘੱਟ 15 ਚਿੱਠੀਆਂ ਮੇਰੇ ਕੋਲ ਆਈਆਂ ਹੋਈਆਂ। ਇੱਥੇ ਇਹਨਾਂ ਨੂੰ ਕੀ ਤਕਲੀਫ ਹੋ ਰਹੀ ਆ? ਇਹ ਲੋਕ ਬਹੁਤ ਵੱਡੇ ਲੈਵਲ ਦੇ ਉੱਤੇ ਗਲਾਡਾ ਦੇ ਅਧਿਕਾਰੀ ਔਰ ਜਿਹੜੇ DDPO ਦੇ ਆਫਿਸ ਦੇ ਅਧਿਕਾਰੀ ਇਹ ਬੜੇ ਵੱਡੇ ਲੈਵਲ ਤੇ ਕਰਪਸ਼ਨ ਕਰ ਰਹੇ ਆ। ਇਹ ਹੁਣ ਗਲਾਡਾ ਦਾ ਮੈਟਰ ਹੀ ਸਮਝੀਏ ਕਿ DDPO ਦਾ ਮੈਟਰ ਹੈ? ਦੋਨਾਂ ਅਫਸਰਾਂ ਤੇ ਉਹ ਉਹਦੇ ਤੇ ਸੁੱਟੀ ਜਾਂਦਾ ਜੀ, ਗਲਾਡਾ ਤੇ ਸੁੱਟੀ ਜਾਂਦਾ, ਗਲਾਡਾ DDPO ਤੇ ਸੁੱਟੀ ਜਾਂਦਾ। ਦੇਖੋ ਇਹ ਕੀ ਕਰਦੇ ਨੇ, ਉਹ ਸਾਰੀ ਜਗ੍ਹਾ ਦੇ ਆਲੇ ਦੁਆਲੇ ਬਾਉਂਡਰੀ ਵਾਲ ਕਰ ਦਿੰਦੇ ਨੇ। ਦੇਖੋ ਇਹ ਕੀ ਕਰਦੇ ਨੇ, ਉਹ ਸਾਰੀ ਜਗ੍ਹਾ ਦੇ ਆਲੇ ਦੁਆਲੇ ਬਾਉਂਡਰੀ ਵਾਲ ਕਰ ਦਿੰਦੇ ਨੇ। ਗੇਟ ਦੇ ਉੱਤੇ ਸਿਕਿਉਰਿਟੀ ਵਾਲਾ ਬਹਿ ਜਾਂਦਾ। ਮੰਨ ਲਓ ਕੋਈ ਪਿੰਡ ਵਾਲਾ, ਉਹਦੇ ਕੋਲ ਤਾਂ ਕੋਈ ਹੱਕ ਹੀ ਹੈ ਨਹੀਂ ਉਹ ਕਲੋਨੀ ਦੇ ਵਿੱਚ, ਉਹ ਗੇਟ ਤੇ ਹੀ ਰੋਕ ਲੈਣਾ। ਹਾਂਜੀ ਕਿਹਦੀ ਕੋਠੀ 'ਚ ਆਏ ਹੋ ਜੀ, ਕਿਉਂ ਹੈ? ਉਹ ਯਾਰ ਉਹ ਸਰਕਾਰੀ ਜਗ੍ਹਾ ਤੇ ਜਾ ਰਿਹਾ, ਤੁਸੀਂ ਕਬਜ਼ਾ ਕੀਤਾ ਹੋਇਆ ਸਰਕਾਰੀ ਜਗ੍ਹਾ ਤੇ। ਇਹਨਾਂ ਦਾ ਪੋਲੀਟੀਕਲ ਇੰਟਰਫੇਰੈਂਸ ਤਾਂ ਹੁੰਦੀ ਆ। ਬਾਕੀ ਇਹ ਪੈਸੇ ਦੇ ਜ਼ੋਰ ਨਾਲ ਕੰਮ ਕਰਦੇ ਨੇ। ਹਰਸ਼ ਜੀ ਤੁਹਾਨੂੰ ਵੀ ਪਤਾ, ਮਾਫੀਆ ਇਹਨਾਂ ਦਾ। ਹਾਂਜੀ ਇਹ ਮਾਫੀਆ ਇਹਨਾਂ ਦਾ। ਜਦੋਂ ਤੁਹਾਡੇ ਕੋਲੇ ਆਰਡਰ ਹੈਗੇ ਨੇ ਹਾਈ ਕੋਰਟ ਦੇ, ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ, ਵੀ ਤੁਸੀਂ ਉਹਨਾਂ ਐਨਕਰੋਚਮੈਂਟਾਂ ਨੂੰ ਰਿਮੂਵ ਕਰਾਉਣਾ ਹੈ, ਦੈਨ ਵਾਟ ਇਜ਼ ਦੀ ਰੀਜ਼ਨ? ਤੁਸੀਂ ਫਾਈਲ ਦੇ ਵਿੱਚ ਰਿਕਾਰਡ ਕਰੋ ਵੀ ਆਹ ਕਾਰਨ ਹੈ, ਤੁਹਾਡੇ ਤੇ ਪੋਲੀਟੀਕਲ ਪ੍ਰੈਸ਼ਰ ਹੈ, ਤੁਸੀਂ ਪੈਸੇ ਲਿੱਤੇ ਨੇ, ਕੀ ਕੀਤਾ, ਤੁਸੀਂ ਕਿਉਂ ਨਹੀਂ ਰਿਮੂਵ ਕਰ ਰਹੇ ਐਨਕਰੋਚਮੈਂਟ? ਪਰ ਸਵਾਲ ਇਹ ਹੈ ਮੈਂ ਕਿੰਨੇ ਕੁ ਕੋਰਟ ਕੇਸ ਕਰੀ ਜਾਵਾਂ? ਮੇਰੇ ਪਹਿਲਾਂ ਹੀ ਇੰਨੇ ਚੱਲਦੇ ਪਏ ਨੇ, ਮੇਰੇ 70-80 ਤਾਂ ਪਹਿਲਾਂ ਚੱਲੀ ਜਾਂਦੇ ਨੇ ਜੀ। ਮੈਨੂੰ ਤੁਸੀਂ ਦੱਸੋ ਮੈਂ ਕਿੰਨੇ ਕੁ ਕੇਸ ਹੋਰ ਕਰਾਂ? ਇਹ ਕਿਸ ਗੱਲ ਦੀ ਤਨਖਾਹ ਲੈ ਰਹੇ ਨੇ? ਜਦ ਇਹਨਾਂ ਨੇ ਨਮਕ ਹਲਾਲੀ ਜਿਹੜੀ ਆ ਉਹ ਪ੍ਰਾਈਵੇਟ ਬੰਦਿਆਂ ਕਬਜ਼ਾਧਾਰੀਆਂ ਨਾਲ ਜਾ ਕੇ ਕਰਨੀ ਆ ਤੇ ਤੁਸੀਂ ਸਰਕਾਰ ਦੇ ਖਜ਼ਾਨੇ 'ਚ ਸੇਂਧਮਾਰੀ ਕਰਨੀ ਆ, ਕਿਸ ਗੱਲ ਦੀ ਇਹਨਾਂ ਨੂੰ ਤਨਖਾਹਾਂ ਦਿੰਨੇ ਪਏ ਹੋ? ਮੈਂ ਕਹਿੰਦਾ ਜੀ ਕਿੰਨਾ ਬੁਰਾ ਹਾਲ ਹੈ, ਇੰਨਾ ਗੰਦ ਪਾਇਆ ਹੋਇਆ ਇਹਨਾਂ ਨੇ, ਕਿਸੇ ਕਿਸਮ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਖਬਰ ਦਿਨਭਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਇਸ ਟਾਈਮ ਮੌਜੂਦ ਨੇ ਮਸ਼ਹੂਰ RTI ਐਕਟਿਵਿਸਟ ਰੋਹਿਤ ਸੱਭਰਵਾਲ ਜੀ, ਜਿਹੜੇ ਸਮੇਂ ਸਿਰ ਕਾਫੀ ਖੁਲਾਸੇ ਕਰਦੇ ਰਹਿੰਦੇ ਨੇ ਭ੍ਰਸ਼ਟ ਅਧਿਕਾਰੀਆਂ ਬਾਰੇ, ਭ੍ਰਸ਼ਟ ਬੰਦਿਆਂ ਬਾਰੇ। ਅੱਜ ਇੱਕ ਵਿਸ਼ੇਸ਼ ਮੁੱਦਾ ਲੈ ਕੇ ਤੁਹਾਡੇ ਨਾਲ ਜੁੜੇ ਹਾਂ, ਜਿਹੜੇ ਬੰਦਿਆਂ ਨੇ ਆਪਣੀ ਜਿਹੜੀ ਕਲੋਨੀ ਬਣਾਉਣ ਦੀ ਆੜ ਦੇ ਵਿੱਚ ਸਰਕਾਰੀ ਜ਼ਮੀਨਾਂ 'ਤੇ ਕਬਜ਼ੇ ਕੀਤੇ ਹੋਏ ਹਨ, ਪਰ ਇਹਨਾਂ ਦੀ ਰੋਹਿਤ ਸੱਭਰਵਾਲ ਜੀ ਵੱਲੋਂ ਕਾਫੀ ਵਾਰੀ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਭ੍ਰਸ਼ਟ ਅਫਸਰਾਂ ਵੱਲੋਂ ਉਸ ਕਲੋਨੀਆਂ 'ਤੇ। ਅੱਜ ਰੋਹਿਤ ਸੱਭਰਵਾਲ ਜੀ ਨੂੰ ਪੁੱਛਦੇ ਹਾਂ ਵੀ ਕੀ ਮੈਟਰ ਹੈ ਸਰ, ਅਤੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ? ਹਾਂਜੀ ਨਮਸਕਾਰ ਸਰ। ਸੋ ਇਸ ਤਰ੍ਹਾਂ ਸੀ ਇਹ ਜਿਹੜਾ ਮੈਟਰ ਹੁਣ ਮੈਂ ਤੁਹਾਨੂੰ ਦੱਸ ਰਿਹਾ, ਇਹ ਮੈਟਰ ਸਿੰਸ 2015-16 ਤੋਂ ਚੱਲ ਰਿਹਾ। ਹੋਇਆ ਕੀ ਸੀ ਕਿ ਇੱਕ ਉਸ ਵੇਲੇ ਦੇ ਬਲਾਕ ਵਿਕਾਸ ਤੇ BDPO ਜਿਹੜੇ ਵਿਕਾਸ ਤੇ ਪੰਚਾਇਤ ਆਫਿਸਰ, ਉਹਨਾਂ ਨੇ ਇੱਕ ਰਿਪੋਰਟ ਦਿੱਤੀ ਸੀ ਕਿ ਦੋ ਵੱਡੇ ਕਲੋਨਾਈਜ਼ਰ ਨੇ ਜਿਨ੍ਹਾਂ ਦੇ ਨਾਮ ਨੇ ਜਨਪਤ ਸਟੇਟ ਪ੍ਰਾਈਵੇਟ ਲਿਮਟਿਡ ਔਰ ਰਾਜਗੜ੍ਹ ਸਟੇਟ। ਇਹ ਦੋਨਾਂ ਦੇ ਇਹਨਾਂ ਨੇ ਇੱਕ ਰਿਪੋਰਟ ਕੀਤੀ ਸੀ ਆਪਣੇ ਬਲਾਕ ਵਿਕਾਸ ਪੰਚਾਇਤ ਅਫਸਰ ਵੰਨੀਓ ਸੇਵਾ ਵਿਖੇ ਐਡੀਸ਼ਨਲ ਚੀਫ ਐਡਮਿਨਿਸਟ੍ਰੇਟਰ ਗਲਾਡਾ। ਤਾਂ ਉਹਨਾਂ ਨੇ ਇਹਦੇ ਵਿੱਚ ਕਲੀਅਰ ਲਿਖਿਆ ਸੀ ਵੀ ਇਹਨਾਂ ਦੋਨਾਂ ਬੰਦਿਆਂ ਨੇ ਬਹੁਤ ਇੱਕ ਜਿਹੜੀ ਲੈਂਡ ਆ, ਸਰਕਾਰੀ ਜ਼ਮੀਨ ਹੈ ਜਿਹੜੀ ਕਿ ਪੰਚਾਇਤ ਦੀ ਲੈਂਡ ਆ, ਉੱਤੇ ਕਬਜ਼ਾ ਕੀਤਾ ਹੋਇਆ। ਇਸ ਤਰ੍ਹਾਂ ਹੁੰਦਾ ਕਿ ਪਿੰਡਾਂ ਦੇ ਵਿੱਚ ਆਮ ਤੌਰ 'ਤੇ ਕੀ ਹੁੰਦਾ ਵੀ ਸਰਕਾਰੀ ਰਸਤੇ ਹੁੰਦੇ ਆ ਔਰ ਖਾਲ ਬਣੇ ਹੁੰਦੇ ਆ ਤਾਂ ਕਿ ਕਿਸਾਨ ਆਪਣੇ ਜਿਹੜਾ ਪਾਣੀ ਛੱਡਣਾ ਉਹ ਖਾਲਾਂ ਦੇ ਵਿੱਚ ਦੀ ਆਪਦੇ ਖੇਤਾਂ ਨੂੰ ਦੇ ਸਕਣ ਪਾਣੀ। ਤਾਂ ਉਹਨਾਂ ਦਾ ਕਿਸੇ ਵੀ ਤਰ੍ਹਾਂ ਮਤਲਬ ਜਿਹੜਾ ਉਹਨਾਂ 'ਤੇ ਇਨਕਰੋਚਮੈਂਟ ਨਹੀਂ ਕੀਤੀ ਜਾ ਸਕਦੀ, ਚਾਹੇ ਉਹ ਖੇਤ ਵਾਲਾ ਹੀ ਹੈ, ਚਾਹੇ ਉਹ ਕੋਈ ਵੀ ਬੰਦਾ, ਉਹ ਆਪੋ ਉਸ ਜਗ੍ਹਾ ਨੂੰ ਸਰਕਾਰੀ ਖਾਲ ਦੇ ਰਸਤੇ ਨੂੰ, ਖਾਲ ਨੂੰ ਜਾਂ ਰਸਤੇ ਨੂੰ ਆਪਣੇ ਖੇਤ ਦੇ ਵਿੱਚ ਨਹੀਂ ਮਿਲਾ ਸਕਦਾ। ਤਾਂ ਇਹਨਾਂ ਨੇ ਕੀ ਕੀਤਾ, ਜਦੋਂ ਇਹਨਾਂ ਨੇ ਕਲੀਅਰ ਕੀਤਾ ਵੀ ਜਦੋਂ ਇਹਨਾਂ ਨੇ ਮਤਲਬ ਕਲੋਨੀਆਂ ਕੱਟੀਆਂ ਜਾਂ ਜੋ ਵੀ ਉੱਥੇ ਕੀਤਾ, ਇਹਨਾਂ ਨੇ ਝੰਮਟ ਪਿੰਡ ਦੀ ਇਹ ਜਗ੍ਹਾ ਸੀ,
ਕਰੋੜਾਂ ਰੁਪਏ ਦੀ ਇਹ ਲੈਂਡ ਆ ਜੀ। ਇਹਦੇ ਵਿੱਚ ਇਹਨਾਂ ਨੇ ਇਹਨਾਂ ਜਗ੍ਹਾ ਦੇ ਉੱਤੇ ਜਿਹੜੇ ਪਿੰਡ ਦੇ ਖਾਲ ਤੇ ਰਸਤੇ ਸੀ ਜਿਹੜੀ ਕਈ ਏਕੜਾਂ ਦੇ ਵਿੱਚ ਬਣਦੀ ਆ, ਕੋਈ 1.5-2 ਏਕੜ ਵੀ ਹੋ ਸਕਦੀ, ਕਿਉਂਕਿ ਇਹ ਇਹਨਾਂ ਨੇ ਇਹਦੇ ਵਿੱਚ ਦੱਸਿਆ ਕਨਾਲਾਂ ਦੇ ਵਿੱਚ ਦੱਸਿਆ ਤੇ ਕੈਲਕੂਲੇਸ਼ਨ ਸੀ। ਸਬਰਵਾਲ ਸਾਹਿਬ, ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਇਹ ਗਲਾਡਾ ਦੇ ਅੰਡਰ ਆਉਂਦੀ ਹੈ ਜਾਂ ਕਿਸੇ ਵਾਰਡ ਦੇ ਅੰਡਰ ਆਉਂਦੀ ਹੈ? ਦੇਖੋ, ਇਹ ਜਿਹੜਾ ਲੈਟਰ ਉਹਨਾਂ ਨੇ ਗਲਾਡਾ ਨੂੰ ਕੱਢਿਆ, ਮੈਂ ਨੇ ਕੱਢਿਆ ਜੀ, ਇਹ BDPO ਨੇ ਕੱਢਿਆ ਜੀ। ਮੈਂ ਇਸ ਮੈਟਰ ਦੇ ਵਿੱਚ 2015-16 ਦੇ ਵਿੱਚ ਕੰਪਲੇਂਟ ਕੀਤੀ। ਕੰਪਲੇਂਟ ਕਰਨ ਤੋਂ ਬਾਅਦ ਇਹਨਾਂ ਨੇ ਇਹ ਗੱਲ ਕਹੀ ਜੀ ਕਿ ਮਾਮਲਾ ਜਿਹੜਾ DDPO ਦੀ ਅਦਾਲਤ ਦੇ ਵਿੱਚ ਜਾਂ DDPO ਕੋਲੇ ਚੱਲ ਰਿਹਾ। ਤੋ ਦੇਖੋ, ਇੱਕ ਗੱਲ ਹਰਸ਼ ਜੀ ਕਲੀਅਰ ਹੈਗੀ ਕਿ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਕਲੀਅਰ ਕੱਟ ਆਰਡਰ ਨੇ ਵੀ ਕਿਸੇ ਵੀ ਤਰ੍ਹਾਂ ਦੀ ਐਨਕਰੋਚਮੈਂਟ ਨੂੰ ਰੈਗੂਲਰਾਈਜ਼ ਨਹੀਂ ਕੀਤਾ ਜਾ ਸਕਦਾ। ਮਤਲਬ ਪੈਸੇ ਲੈ ਕੇ ਜੇ ਸੋਚਣ ਜਮ੍ਹਾਂ ਕਰਕੇ ਸਰਕਾਰੀ ਖਾਤੇ 'ਚ ਇਹਨੂੰ ਅਸੀਂ ਚਲੋ ਕਰ ਦਈਏ ਰੈਗੂਲਰ, ਇਹ ਨਹੀਂ ਹੋ ਸਕਦਾ। ਇਹ ਕਲੀਅਰ ਕੱਟ ਹਾਈ ਕੋਰਟ ਦੇ ਆਰਡਰ ਨੇ। ਜੇ ਕਿਸੇ ਨੂੰ ਚਾਹੀਦੇ ਨੇ, ਕੇਸ ਦਾ ਨੰਬਰ 2 ਕੇਸਿਸ ਹੋਏ ਨੇ। ਇੱਕ CWP 4886 ਆਫ 2003 ਦਾ ਮੁਕੱਦਮਾ ਸੀ, ਇਹ 2008 'ਚ ਡਿਸਾਈਡ ਹੋਇਆ। ਇੱਕ COCP ਕੰਟੈਂਪਟ ਆਫ ਕੋਰਟ ਸੀ 1299 ਆਫ 2009, ਜਿਹਦਾ ਡਿਸੀਜਨ 2012 'ਚ ਆਇਆ। ਤਾਂ ਇਹਨਾਂ ਦੇ ਵਿੱਚ ਕਲੀਅਰ ਕੱਟ ਲਿਖਿਆ ਵੀ ਸਰਕਾਰੀ ਜਗ੍ਹਾ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਲੈਂਡ ਆ, ਚਾਹੇ ਉਹ ਗਲਾਡਾ ਦੀ, ਚਾਹੇ ਉਹ ਪੰਚਾਇਤ ਦੀ, ਚਾਹੇ ਉਹ ਕਾਰਪੋਰੇਸ਼ਨ ਦੀ, ਕਿਸੇ ਵੀ ਡਿਪਾਰਟਮੈਂਟ ਦੀ ਹੋਵੇ, ਉਹ ਰੈਗੂਲਰਾਈਜ਼ ਨਹੀਂ ਹੋ ਸਕਦੀ ਇਨਕਰੋਚਮੈਂਟ। 2015-16 ਤੋਂ ਮੈਂ ਇਸ ਮੈਟਰ ਦੇ ਵਿੱਚ ਅੱਜ 2021 ਆ ਗਿਆ, 5 ਸਾਲ ਤੋਂ ਜ਼ਿਆਦਾ ਹੋ ਗਿਆ ਮੈਨੂੰ ਕੰਪਲੇਂਟ ਕਰਦੇ ਨੂੰ। ਲੇਕਿਨ ਇਹ ਜਿਹੜੇ ਭ੍ਰਸ਼ਟ ਅਧਿਕਾਰੀ ਨੇ, ਚਾਹੇ ਉਹ ਗਲਾਡਾ 'ਚ ਲੱਗੇ ਨੇ, ਚਾਹੇ BDPO DDPO ਆਫਿਸ 'ਚ ਲੱਗੇ, ਜਦ ਤੁਹਾਡਾ ਇੱਕ ਆਫੀਸਰ ਇਹ ਗੱਲ ਕਹਿ ਰਿਹਾ ਵੀ ਤੁਹਾਡੀ ਕਰੋੜਾਂ ਰੁਪਏ ਦੀ ਲੈਂਡ ਦੱਬ ਲਿੱਤੀ ਗਈ ਆ, ਜਿਹੜੇ ਖਾਲ ਤੇ ਰਸਤੇ ਸੀ, ਤਾਂ ਤੁਹਾਡਾ ਫਰਜ਼ ਬਣਦਾ ਤੁਸੀਂ ਉਹਨਾਂ ਨੂੰ ਰਿਮੂਵ ਕਰੋ। ਤੁਸੀਂ ਇਸ ਮੈਟਰ ਬਾਰੇ ਗਲਾਡਾ ਦੇ ਕਿਸੇ ਹਾਈ ਅਫੀਸ਼ੀਅਲ ਜਾਂ DDPO ਸਾਹਿਬਾਨ ਨੂੰ ਜਿਹੜੀ ਹੈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂ ਉਹਨੂੰ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਦੁਬਾਰਾ? ਦੇਖੋ, ਸੰਪਰਕ 2 ਤਰੀਕੇ ਨਾਲ ਹੁੰਦਾ। ਇੱਕ ਹੁੰਦਾ ਲਿਖਤੀ ਤੌਰ ਤੇ, ਇੱਕ ਹੁੰਦਾ ਵਰਬਲ ਤਾਂ ਮੈਂ ਕਿਸੇ ਨਾਲ ਕੋਈ ਗੱਲ ਆਫੀਸਰ ਨਾਲ ਨਹੀਂ ਕਰਦਾ। ਮੈਂ ਜੋ ਵੀ ਗੱਲ ਕਰਨੀ ਰਿਟਨ ਦੇ ਵਿੱਚ ਕਰਨੀ। ਮੈਂ ਇਹਨਾਂ ਨੂੰ, ਮੇਰਾ ਖਿਆਲ ਆ, ਕਈ ਚਿੱਠੀਆਂ, ਕਈ RTI ਐਪਲੀਕੇਸ਼ਨਾਂ ਪਾ ਚੁੱਕਾ, ਚਾਹੇ ਉਹ ਗਲਾਡਾ ਹੋਵੇ, ਚਾਹੇ ਉਹ DDPO ਆਫਿਸ ਹੋਵੇ, ਚਾਹੇ ਮੁੱਖ ਮੰਤਰੀ ਦਫ਼ਤਰ ਹੋਵੇ, ਚਾਹੇ ਪੰਚਾਇਤੀ ਡਿਪਾਰਟਮੈਂਟ ਹੋਵੇ ਇਹਨਾਂ ਦਾ। ਇਹਨਾਂ ਨੇ ਖੁਦ ਆਰਡਰ ਦੇ ਵਿੱਚ ਡਿਪਟੀ ਕਮਿਸ਼ਨਰ ਆਫਿਸ ਨੂੰ ਮੈਂ ਚਿੱਠੀਆਂ ਕੱਢੀਆਂ, ਖੁਦ ਇਹ ਗੱਲ ਕੀਤੀ ਹੈ ਵੀ ਦਵਾ ਦਵ ਕਾਰਵਾਈ ਕਰਕੇ ਦੱਸੋ, ਇਹਦੀ ਰਿਪੋਰਟ ਕਰੋ, ਇਹਦਾ ਇਹ ਕਰੋ। ਮੇਰਾ ਖਿਆਲ ਹੈ ਘੱਟੋ ਘੱਟ 15 ਚਿੱਠੀਆਂ ਮੇਰੇ ਕੋਲੇ ਆਈਆਂ ਹੋਈਆਂ। ਸਵਾਲ ਇਹ ਹੈ ਵੀ ਜੇ ਮੰਨ ਲਓ ਕੋਈ ਗਰੀਬ ਬੰਦਾ ਇੱਕ ਕਮਰਾ ਮੰਨ ਲਓ ਕਿਸੇ ਜਗ੍ਹਾ ਦੇ ਪਾ ਲਵੇ, ਜਿਹਦੇ ਕੋਲੇ ਰਹਿਣ ਵਾਸਤੇ ਜਗ੍ਹਾ ਨਹੀਂ, ਕੋਈ ਸਰਕਾਰੀ ਜਗ੍ਹਾ ਦੇ ਪਾ ਲਵੇ, ਚਲੋ ਹੈ ਤਾਂ ਉਹ ਵੀ ਗਲਤੀ ਹੈ, ਉਹਦਾ ਤਾਂ ਇਹਨਾਂ ਨੇ ਉਸੇ ਵੇਲੇ 2 ਮਿੰਟ 'ਚ ਢਾਹ ਦੇਣਾ ਕਮਰਾ। ਇੱਥੇ ਇਹਨਾਂ ਨੂੰ ਕੀ ਤਕਲੀਫ ਹੋ ਰਹੀ ਆ? ਇਹ ਲੋਕ ਬਹੁਤ ਵੱਡੇ ਲੈਵਲ ਦੇ ਉੱਤੇ ਗਲਾਡਾ ਦੇ ਅਧਿਕਾਰੀ ਔਰ ਜਿਹੜੇ DDPO ਦੇ ਆਫਿਸ ਦੇ ਅਧਿਕਾਰੀ, ਇਹ ਬੜੇ ਵੱਡੇ ਲੈਵਲ ਤੇ ਕਰਪਸ਼ਨ ਕਰ ਰਹੇ ਆ, ਸਰਕਾਰੀ ਜਗ੍ਹਾਵਾਂ ਦੇ ਉੱਤੇ ਐਨਕਰੋਚਮੈਂਟ ਕਰ ਰਹੇ ਆ। ਤੁਸੀਂ ਮੇਰੀ ਫੇਸਬੁੱਕ ਪੇਜ ਜਿਹੜਾ ਮੇਰਾ ਹੈ ਰੋਹਿਤ ਸੱਭਰਵਾਲ RTI ਐਕਟਿਵਿਸਟ ਦਾ, ਮੈਂ 2 ਦਿਨ ਪਹਿਲਾਂ ਹਰਜੀ ਉਹਦੇ ਤੇ 3 ਐਪਲੀਕੇਸ਼ਨਾਂ ਡਰਾਫਟ ਕਰਕੇ ਪਾਈਆਂ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਪੰਚਾਇਤੀ ਲੈਂਡ ਦੇ ਉੱਤੇ ਜਿਹੜੀ ਐਨਕਰੋਚਮੈਂਟ ਹੈਗੀ ਆ, ਜਿਹੜੀ ਇਹਨਾਂ ਨੇ ਪੰਚਾਇਤੀ ਰਾਜ ਐਕਟ ਦੇ ਵਿੱਚ ਇਹਨਾਂ ਨੇ ਰਿਮੂਵ ਕਰਨੀ ਆ, ਉਹਨੂੰ ਆਇਡੈਂਟੀਫਾਈ ਕਰਨਾ, ਉਹ ਕਿਸ ਤਰੀਕੇ ਦੇ ਨਾਲ ਇੱਕ ਪ੍ਰਾਈਵੇਟ ਬੰਦੇ ਨੇ ਉਸ ਚੀਜ਼ ਨੂੰ ਪਕੜਨਾ, ਉਹਨੂੰ ਔਨ ਰਿਕਾਰਡ ਲੈ ਕੇ ਆਉਣਾ। ਲੇਕਿਨ ਸਵਾਲ ਇਹ ਹੈ ਕਿ ਕਰਪਸ਼ਨ ਇੰਨੀ ਜ਼ਿਆਦਾ ਇਹਨਾਂ ਮਹਿਕਮਿਆਂ 'ਚ ਹੈਗੀ ਆ। ਦੇਖੋ, ਫਾਈਲ ਦੇ ਵਿੱਚ ਕੋਈ ਕਾਰਨ ਤੇ ਦੱਸੋ, ਤੁਸੀਂ ਇਸ ਐਨਕਰੋਚਮੈਂਟ ਨੂੰ ਰਿਮੂਵ ਕਿਉਂ ਨਹੀਂ ਕਰ ਰਹੇ? ਸਿੱਧੇ ਤੌਰ ਦੇ ਉੱਤੇ ਮਿਲੀ ਭੁਗਤ ਇਹਨਾਂ ਅਫਸਰਾਂ ਦੀ, ਜਿਹੜੇ ਜ਼ਿੰਮੇਵਾਰ ਅਧਿਕਾਰੀ ਜਿਨ੍ਹਾਂ ਨੇ ਐਨਕਰੋਚਮੈਂਟ ਰਿਮੂਵ ਕਰਨੀ, ਉਹਨਾਂ ਦੀ ਜਿਹੜੀ ਇਹ ਰਿਮੂਵ ਨਹੀਂ ਕਰ ਰਹੇ ਹੈਗੇ ਐਨਕਰੋਚਮੈਂਟ ਜੀ। ਨਹੀਂ, ਤੁਸੀਂ ਜਿਹੜਾ ਮਤਲਬ ਕਹਿਣ ਦਾ ਮਤਲਬ ਆਪਾਂ ਸਮਝਿਆ ਵੀ ਰੋਹਿਤ ਜੀ, ਇਹ ਹੁਣ ਗਲਾਡਾ ਦਾ ਮੈਟਰ ਅਸੀਂ ਸਮਝੀਏ ਕਿ DDPO ਦਾ ਮੈਟਰ ਹੈ? ਦੋਨਾਂ ਅਫਸਰਾਂ ਤੇ, ਉਹ ਉਹਦੇ ਤੇ ਸੁੱਟੀ ਜਾਂਦਾ ਜੀ, ਗਲਾਡਾ ਤੇ ਸੁੱਟੀ ਜਾਂਦਾ, ਗਲਾਡਾ DDPO ਤੇ ਸੁੱਟੀ ਜਾਂਦਾ। ਤੁਹਾਡੇ ਤੱਥੇ ਕੁਝ ਤਾਂ ਸਾਹਮਣੇ ਆ ਹੋਣਾ ਨਾ, ਤੁਹਾਡੇ ਕੋਲ ਜਿਹੜੀ ਜਿੰਨੀ ਵੀ ਇਨਫੋਰਮੇਸ਼ਨ ਹੈਗੀ। ਮੇਰੇ ਕੋਲ ਤਾਂ ਜਿੰਨੇ ਕਾਗਜ਼ ਨੇ ਨਾ ਜੀ, ਦੇਖੋ, ਜਦੋਂ ਆਇਡੈਂਟੀਫਾਈ BDPO ਆਫਿਸ ਨੇ ਕਰ ਲਿਆ, ਉਹ ਗਲਾਡਾ ਨੂੰ ਲਿਖੀ ਜਾਂਦੇ ਆ, ਤੁਸੀਂ ਐਨਕਰੋਚਮੈਂਟ ਰਿਮੂਵ ਕਰੀ ਜਾਂਦੇ, ਗਲਾਡਾ ਉਹਨੂੰ ਲਿਖੀ ਜਾਂਦੀ ਆ। ਮੈਂ ਬਕਾਇਦਾ 2000 ਮੈਨੂੰ ਯਾਦ ਹੈ 16-17 ਦੇ ਵਿੱਚ ਇੱਥੇ ਇਹਨਾਂ ਦੇ ਬਲਾਕ ਡਿਵੈਲਪਮੈਂਟ ਪੰਚਾਇਤ ਆਫੀਸਰ ਕੋਈ ਮੈਡਮ ਸੀ, ਮੈਂ PIU 'ਚ ਬੈਠਦੇ ਨੇ, ਉਹਨਾਂ ਕੋਲੇ ਆਪ ਮੈਂ ਇਨ ਪਰਸਨ ਹਾਜ਼ਰ ਹੋ ਕੇ ਉਹਨਾਂ ਨੂੰ ਬੜੀ ਆਪਣੇ ਬਿਆਨ ਵੀ ਰਿਕਾਰਡ ਕਰਾ ਕੇ ਆਇਆ, ਆਪਣੀ ਰੀਪ੍ਰੈਜ਼ੈਂਟੇਸ਼ਨ ਵੀ ਦਿੱਤੀ। ਉਹਨਾਂ ਨੇ ਮੈਨੂੰ ਇੰਸ਼ੋਰ ਵੀ ਕੀਤਾ ਵੀ ਹਾਂ ਇਹ ਕਬਜ਼ਾ ਅਸੀਂ ਖਾਲੀ ਕਰਾ ਲੈਂਦੇ ਹਾਂ। ਤਾਂ ਮੇਰੀ ਤਰਫੋਂ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ, ਠੀਕ ਹੈ। ਹੁਣ ਮੈਨੂੰ ਤਾਂ ਮੇਰੇ ਕੋਲ ਤਾਂ ਕੋਈ ਇੱਦਾਂ ਦਾ ਮਸ਼ੀਨਰੀ ਹੈ ਨਹੀਂ ਕਿ ਮੈਂ ਜਾ ਕੇ ਢਾਹ ਦੇਵਾਂ। ਢਾਣੀਆਂ ਤਾਂ ਹੁਣ BDPO ਆਫਿਸ ਨੇ ਔਰ ਗਲਾਡਾ, ਦੋਨਾਂ ਜਿਹੜੀਆਂ ਗਵਰਨਮੈਂਟ ਦੇ ਡਿਪਾਰਟਮੈਂਟ ਨੇ, ਇਹਨਾਂ ਦੇ ਆਪਸ 'ਚ ਕੋਆਰਡੀਨੇਸ਼ਨ ਕਰਕੇ ਐਨਕਰੋਚਮੈਂਟ ਨੂੰ ਰਿਮੂਵ ਕਰਨਾ ਔਰ ਜਿਹੜੇ ਖਾਲ ਤੇ ਰਸਤੇ ਨੇ ਉਹਨਾਂ ਨੂੰ ਐਜ਼ ਇਟ ਬਹਾਲ ਕਰਨਾ। ਦੇਖੋ, ਕਿਸੇ ਹੁਣ ਕਾਮਨ ਦੇਖੋ ਇਹ ਕੀ ਕਰਦੇ ਨੇ,
ਉਹ ਸਾਰੀ ਜਗ੍ਹਾ ਦੇ ਆਲੇ ਦੁਆਲੇ ਬਾਉਂਡਰੀ ਵਾਲ ਕਰ ਦਿੰਦੇ ਨੇ। ਗੇਟ ਦੇ ਉੱਤੇ ਸਿਕਿਉਰਿਟੀ ਵਾਲਾ ਬਹਿ ਜਾਂਦਾ। ਮੰਨ ਲਓ ਕੋਈ ਪਿੰਡ ਵਾਲਾ, ਉਹਦੇ ਕੋਲ ਤਾਂ ਕੋਈ ਹੱਕ ਹੀ ਹੈ ਨਹੀਂ ਉਹ ਕਲੋਨੀ ਦੇ ਵਿੱਚ, ਉਹ ਗੇਟ ਤੇ ਹੀ ਰੋਕ ਲੈਣਾ, ਹਾਂਜੀ ਕਿਹਦੀ ਕੋਠੀ 'ਚ ਆਏ ਹੋ ਜੀ, ਕਿਉਂ ਹੈ? ਉਹ ਯਾਰ ਉਹ ਸਰਕਾਰੀ ਜਗ੍ਹਾ ਤੇ ਜਾ ਰਹੇ ਆ, ਤੁਸੀਂ ਕਬਜ਼ਾ ਕੀਤਾ ਹੋਇਆ ਸਰਕਾਰੀ ਜਗ੍ਹਾ ਤੇ, ਤੁਸੀਂ ਕਿੱਦਾਂ ਰੋਕ ਸਕਦੇ ਹੋ ਕਿਸੇ? ਜੀ ਤੁਹਾਡੇ ਕਹਿਣ ਮੁਤਾਬਕ ਅਸੀਂ ਮੰਨੀਏ ਤੇ ਮਤਲਬ ਕਹਿਣ ਦਾ ਮਤਲਬ ਜਿਹੜੀ ਕਲੋਨੀ ਵਾਲੇ ਹੈਗੇ ਨੇ, ਇਹ ਜਿਹੜੇ ਦੋ ਤੋਂ ਹੀ ਨਾਮ ਲਿੱਤੇ ਨੇ, ਹੋਰ ਵੀ ਹਜ਼ਾਰਾਂ ਕਲੋਨੀਆਂ ਲੁਧਿਆਣੇ ਬੰਨੀਆਂ ਹੋਣਗੀਆਂ, ਕਬਜ਼ੇ ਤੇ ਕਰਦੇ ਹੋਣਗੇ, ਪਰ ਆਪਾਂ ਇਹ ਸਿੱਧੇ ਤੌਰ 'ਤੇ ਇਹ ਨਹੀਂ ਕਿਹਾ ਜਾ ਸਕਦਾ ਵੀ ਕਬਜ਼ੇ ਕਰ ਹੀ ਲਏ ਹੋਣਗੇ। ਆਹ ਤਾਂ ਚਲੋ ਤੱਥ ਆਪਣੇ ਸਾਹਮਣੇ ਪਏ ਨੇ। ਤੁਹਾਡੇ ਕਹਿਣ ਦਾ ਮਤਲਬ ਹੈ ਜਿਹੜੇ ਕਬਜ਼ੇ ਹੋ ਜਾਂਦੇ ਨੇ ਉਹ ਮੁੜ ਕੇ ਛੋਟੇ ਦੇ ਰਹਿਣਗੇ, ਨਾ ਛੋਟੇ ਛੁਡਾਉਣ ਦਾ ਉਹਨੂੰ ਕੋਈ ਹਜ਼ਾਰਾਂ ਪਰਪਸ ਹੋਣਗੇ, ਕੋਈ ਜਿਹੜੀ ਕਾਨੂੰਨੀ ਵਿਵਸਥਾ ਹੋਊਗੀ ਉਹਦੇ ਵਿੱਚ ਕੋਈ ਦਿੱਕਤ ਆਉਂਦੀ ਹੋਊਗੀ। ਤੁਸੀਂ ਇੱਕ ਕਾਰਨ ਦੱਸ ਸਕਦੇ ਇਹਦੇ ਬਾਰੇ, ਮਤਲਬ ਕਿੱਥੇ ਤੱਕ ਇਹਨਾਂ ਹੱਥ ਪੈਂਦੇ ਨੇ ਵੀ ਜਿਹੜੀ ਵਿਵਸਥਾ ਨੂੰ ਠੱਪ ਕਰ ਦਿੰਦੇ ਨੇ, ਰੋਕ ਦਿੰਦੇ ਨੇ, ਸਰਕਾਰੀ ਅਫਸਰਾਂ ਨੂੰ ਕੰਮ ਹੀ ਨਾ ਕਰਨ ਦਿੰਦੇ ਹੋਣ? ਹੱਥ ਤਾਂ ਇੰਦਾ ਨਾ ਜੀ, ਇਹਨਾਂ ਦਾ ਪੋਲੀਟੀਕਲ ਇੰਟਰਫੇਰੈਂਸ ਤਾਂ ਹੁੰਦੀ ਆ। ਬਾਕੀ ਇਹ ਪੈਸੇ ਦੇ ਜ਼ੋਰ ਨਾਲ ਕੰਮ ਕਰਦੇ ਨੇ, ਹਰਸ਼ ਜੀ ਤੁਹਾਨੂੰ ਵੀ ਪਤਾ। ਤੁਸੀਂ ਮੈਂ ਇਹ ਕਹਿੰਦਾ ਵੀ ਜਿਹੜੇ ਵੀ ਕੋਈ ਪਿੰਡਾਂ ਦੇ ਵਿੱਚ ਕੋਈ ਅਵੇਅਰ ਲੋਕ ਬੈਠੇ ਹਰ ਪਿੰਡਾਂ ਦੇ ਵਿੱਚ, ਉਹਨਾਂ ਨੂੰ ਐਪਲੀਕੇਸ਼ਨ ਪਾ ਕੇ ਪੁੱਛਣਾ ਚਾਹੀਦਾ ਵੀ ਪਿੰਡ ਦੀ ਕਿਹੜੀ ਜਗ੍ਹਾ ਦੇ ਉੱਤੇ ਕਬਜ਼ਾ ਹੋਇਆ, ਕਿਹੜੇ ਖਾਲ, ਰਸਤੇ, ਪੰਚਾਇਤੀ ਜ਼ਮੀਨ ਜਿਹਦੇ ਤੇ ਕਬਜ਼ਾ ਹੋਇਆ ਉਹਦੀ ਮੈਨੂੰ ਡਿਟੇਲ ਦਿਓ। ਉਹਨੂੰ ਰਿਮੂਵ ਕਰਨ ਦੇ ਲਈ ਤੁਸੀਂ ਕੀ ਯਤਨ ਕੀਤੇ ਨੇ, ਉਹਨਾਂ ਦੇ ਐਫਰਟਸ ਜਿਹੜੇ ਕੀਤੇ ਨੇ, ਮੈਨੂੰ ਉਹਨਾਂ ਦੀ ਡਿਟੇਲ ਦਿਓ। ਰਕਬਾ ਦੱਸੋ ਮੈਨੂੰ ਕਿੰਨੇ ਏਰੀਏ 'ਚ ਇਨਕਰੋਚਮੈਂਟ ਕੀਤੀ ਹੈ, ਕਿਹੜੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਉਸ ਇਨਕਰੋਚਮੈਂਟ ਨੂੰ ਰਿਮੂਵ ਕਰਨ ਦੀ, ਕਿਉਂ ਨਹੀਂ ਰਿਮੂਵ ਕੀਤੀਆਂ ਗਈਆਂ, ਇਹ ਸਾਰੀਆਂ ਰਿਕਾਰਡ 'ਚ ਆਉਣੀਆਂ ਚਾਹੀਦੀਆਂ। ਹੁਣ ਲੁਧਿਆਣੇ ਦੇ ਵਿੱਚ ਸੈਂਕੜੇ ਪਿੰਡ ਨੇ, ਮੇਰੀ ਗੱਲ ਸੁਣੋ, ਹੁਣ ਮੇਰੇ ਵਾਸਤੇ ਇੱਕ ਇਕੱਲੇ ਬੰਦੇ ਵਾਸਤੇ ਪੋਸੀਬਲ ਨਹੀਂ ਹੈਗਾ ਕਿ ਇਕੱਲੇ ਪਿੰਡ ਦੀ ਮੈਂ ਇਨਫੋਰਮੇਸ਼ਨ ਮੰਗੀ ਜਾਵਾਂ। ਮੈਂ ਇਹਨਾਂ ਨੂੰ ਇੱਕ ਐਪਲੀਕੇਸ਼ਨ ਪਾਈ ਵੀ ਤੁਸੀਂ ਮੈਨੂੰ ਦੱਸੋ ਪਿੰਡ ਦੀ ਕਿਹੜੀ ਜਗ੍ਹਾ ਦੇ ਉੱਤੇ ਇਨਕਰੋਚਮੈਂਟ ਹੈਗੀ ਆ। ਉਹ ਮੇਰਾ ਖਿਆਲ ਹੈ ਕਿ ਇਹਨਾਂ ਨੇ ਮੈਨੂੰ ਉਹ ਰਿਕਾਰਡ ਇਸ ਤਰੀਕੇ ਨਾਲ ਭੇਜਿਆ ਵੀ ਮੇਰੇ ਵਰਗੇ ਬੰਦੇ ਦੀ ਸਮਝ 'ਚ ਨਹੀਂ ਆ ਰਿਹਾ ਕਿ ਇਹ ਇਨਕਰੋਚਮੈਂਟ ਕੱਢਣੀ। ਤੁਹਾਡੇ ਕਹਿਣ ਸਿੱਧੇ ਤੌਰ 'ਤੇ ਰੋਹਿਤ ਸੱਭਰਵਾਲ ਸਾਹਿਬ, ਇਹ ਅਸੀਂ ਇਹ ਗੱਲ ਕਹਿ ਸਕਦੇ ਹਾਂ ਵੀ ਜਿਹੜੇ ਅਫਸਰਾਂ ਦੀ ਪੂਰੀ ਇਸ ਮਿਲੇ ਹੈਗੀ ਹੈ? ਮਿਲੀ ਭੁਗਤ ਨਹੀਂ ਜੀ, ਮਾਫੀਆ ਇਹਨਾਂ ਦਾ। ਹਾਂਜੀ, ਇਹ ਮਾਫੀਆ ਇਹਨਾਂ ਦਾ। ਇਹਨਾਂ ਦੀ ਜੋ ਡਿਊਟੀ ਬਣਦੀ ਹੈ ਸਟੈਟੂਟਰੀ, ਉਹ ਡਿਸਚਾਰਜ ਕਰਨ ਦੀ ਬਜਾਏ ਉਹਨਾਂ ਪਿੰਡ ਦੀਆਂ ਜਿਹੜੀ ਜ਼ਮੀਨ, ਰਸਤੇ, ਖਾਲ ਜੋ ਵੀ ਉਹਨਾਂ ਨੂੰ ਰਿਮੂਵ ਕਰਨ ਦੀ ਬਜਾਏ ਇਹ ਉਹਨਾਂ ਨੂੰ ਸ਼ੈਲਟਰ ਕਰ ਰਹੇ ਨੇ। ਜਦੋਂ ਤੁਹਾਡੇ ਕੋਲੇ ਆਰਡਰ ਹੈਗੇ ਨੇ ਹਾਈ ਕੋਰਟ ਦੇ, ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ, ਵੀ ਤੁਸੀਂ ਉਹਨਾਂ ਇਨਕਰੋਚਮੈਂਟਾਂ ਨੂੰ ਰਿਮੂਵ ਕਰਾਉਣਾ ਹੈ, ਦੈਨ ਵਾਟ ਇਜ਼ ਦੀ ਰੀਜ਼ਨ? ਤੁਸੀਂ ਫਾਈਲ ਦੇ ਵਿੱਚ ਰਿਕਾਰਡ ਕਰੋ ਵੀ ਆਹ ਕਾਰਨ ਹੈ, ਤੁਹਾਡੇ ਤੇ ਪੋਲੀਟੀਕਲ ਪ੍ਰੈਸ਼ਰ ਹੈ, ਤੁਸੀਂ ਪੈਸੇ ਲਿੱਤੇ ਨੇ, ਕੀ ਕੀਤਾ, ਤੁਸੀਂ ਕਿਉਂ ਨਹੀਂ ਰਿਮੂਵ ਕਰ ਰਹੇ ਇਨਕਰੋਚਮੈਂਟ? ਤੁਸੀਂ ਰੀਜ਼ਨ ਦੱਸੋ। ਰੀਜ਼ਨ ਦੱਸਣ ਦੇ ਵਿੱਚ ਤੁਸੀਂ ਫੇਲੀਅਰ ਹੋ। ਇੱਕ ਚਿੱਠੀ ਨਿਕਲਦੀ ਆ ਉਹਦੇ ਅਗੇਂਸਟ, ਫਿਰ ਚਿੱਠੀ ਨਿਕਲਦੀ ਆ, ਫਿਰ ਚਿੱਠੀ ਨਿਕਲਦੀ ਆ, ਇਹੀ ਕੁਝ ਹੀ ਚੱਲੀ ਜਾਂਦਾ। ਚਲੋ ਸੱਭਰਵਾਲ ਸਾਹਿਬ, ਤੁਸੀਂ ਤਾਂ ਜਿੰਨਾ ਕੁ ਦੱਸਿਆ, ਸਾਡੇ ਕੋਲ ਵੀ ਜੋ ਬਣ ਪਾਊਗਾ ਅਸੀਂ ਅਫਸਰਾਂ ਨੂੰ ਰਾਬਤਾ ਕਾਇਮ ਕਰਕੇ ਅਫਸਰਾਂ ਨਾਲ ਅਸੀਂ ਵੀ ਪੁੱਛਣ ਦੀ ਕੋਸ਼ਿਸ਼ ਤਾਂ ਕਰਾਂਗੇ। ਜੇ ਬਾਈ ਚਾਂਸ ਜੇ ਹੋਰ ਐਕਸ਼ਨ ਜੇ ਤੇ ਨਹੀਂ ਹੁੰਦਾ, ਜਿੰਨੀਆਂ ਮਤਲਬ ਜਿਹੜੇ ਤੁਸੀਂ ਸਾਨੂੰ ਰਿਕਾਰਡ ਸਾਨੂੰ ਦੱਸਿਆ ਹੋਇਆ ਵੀ ਕਿੰਨੀਆਂ ਕਨਾਲ ਕਿੰਨੇ ਦੱਬੇ ਹੋਏ ਨੇ, ਜੇ ਬਾਈ ਚਾਂਸ ਜੇ ਕੋਈ ਐਕਸ਼ਨ ਤੇ ਅਫਸਰ ਹੋਰ ਨਹੀਂ ਲੈਂਦੇ ਹੈਗੇ ਜਾਂ ਖਾਲੀ ਨਹੀਂ ਕਰਾਉਂਦੇ ਜਾਂ ਰਿਮੂਵ ਨਹੀਂ ਕਰਾਉਂਦੇ, ਤੁਹਾਡੀ ਅਗਲਾ ਐਕਸ਼ਨ ਕੀ ਹੋਊਗਾ? ਦੇਖੋ ਹਰਸ਼ ਜੀ, ਹੁਣ ਨਹੀਂ ਜਗ੍ਹਾ ਖਾਲੀ ਕਰਾਉਂਦੇ ਪਏ, ਹੁਣ ਇਸ ਤੋਂ ਬਾਅਦ ਇੱਕੋ ਹੱਲ ਹੈਗਾ ਕਿ ਮੈਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੰਟੈਂਪਟ ਪਟੀਸ਼ਨ ਫਾਈਲ ਕਰਦਾ। ਮੈਂ ਇਹਨਾਂ ਨੂੰ ਲੀਗਲ ਨੋਟਿਸ ਤੱਕ ਭੇਜਿਆ, ਪਰ ਸਵਾਲ ਇਹ ਹੈ ਮੈਂ ਕਿੰਨੇ ਕੁ ਕੋਰਟ ਕੇਸ ਕਰੀ ਜਾਵਾਂ? ਮੇਰੇ ਪਹਿਲਾਂ ਹੀ ਇੰਨੇ ਚੱਲਦੇ ਪਏ ਨੇ। ਮੇਰਾ ਖਿਆਲ ਹੈ ਟ੍ਰਿਬਿਊਨਲ, ਇਨਫੋਰਮੇਸ਼ਨ ਕਮਿਸ਼ਨ, ਹਿਊਮਨ ਰਾਈਟਸ ਕਮਿਸ਼ਨ, ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ, ਮੇਰੇ 70-80 ਤਾਂ ਪਹਿਲਾਂ ਚੱਲੀ ਜਾਂਦੇ ਨੇ ਜੀ। ਮੈਨੂੰ ਤੁਸੀਂ ਦੱਸੋ ਮੈਂ ਕਿੰਨੇ ਕੁ ਕੇਸ ਹੋਰ ਕਰਾਂ? ਇਹ ਕਿਸ ਗੱਲ ਦੀ ਤਨਖਾਹ ਲੈ ਰਹੇ ਨੇ? ਇਹ ਇੰਨੀਆਂ ਮੋਟੀਆਂ ਤਨਖਾਹਾਂ, ਉਸ ਤੋਂ ਬਾਅਦ ਪੈਨਸ਼ਨਾਂ, ਇਹਨਾਂ ਨੂੰ ਜੋ ਸਰਕਾਰੀ ਵਹੀਕਲ, ਸਾਰੀਆਂ ਫੈਸਿਲਿਟੀਆਂ ਕਿਸ ਵਾਸਤੇ ਦੇ ਰਹੀਆਂ? ਜਦ ਇਹਨਾਂ ਨੇ ਨਮਕ ਹਲਾਲੀ ਜਿਹੜੀ ਆ ਉਹ ਪ੍ਰਾਈਵੇਟ ਬੰਦਿਆਂ, ਕਬਜ਼ਾਧਾਰੀਆਂ ਨਾਲ ਜਾ ਕੇ ਕਰਨੀ ਆ, ਤੇ ਤੁਸੀਂ ਸਰਕਾਰ ਦੇ ਖਜ਼ਾਨੇ 'ਚ ਸੇਂਧਮਾਰੀ ਕਰਨੀ ਹੈ। ਕਿਸ ਗੱਲ ਦੀ ਇਹਨਾਂ ਨੂੰ ਤਨਖਾਹਾਂ ਦਿੰਨੇ ਪਏ ਹੋ? ਤੁਸੀਂ ਕਿਸੇ ਡਿਪਾਰਟਮੈਂਟ 'ਚ ਚਲ ਜਾਓ, ਤੁਸੀਂ ਵਿਜੀਲੈਂਸ ਦੇ ਵਿੱਚ ਇਹਨਾਂ ਦੀ ਕੰਪਲੇਂਟ ਕਰ ਲਓ, ਤੁਸੀਂ ਇਹਨਾਂ ਦੀ ਡਿਪਾਰਟਮੈਂਟਲ ਵਿਜੀਲੈਂਸ 'ਚ ਕਰ ਲਓ, ਤੁਸੀਂ ਮੁੱਖ ਮੰਤਰੀ ਦਫ਼ਤਰ ਕਰ ਲਓ। ਮੈਂ ਕਹਿੰਦਾ ਜੀ ਕਿੰਨਾ ਬੁਰਾ ਹਾਲ ਹੈ, ਇੰਨਾ ਗੰਦ ਪਾਇਆ ਹੋਇਆ ਇਹਨਾਂ ਨੇ, ਕਿਸੇ ਕਿਸਮ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਮਤਲਬ ਤੁਸੀਂ ਦੇਖੋ, ਬੀਇੰਗ ਏ ਲੇਮੈਨ ਸਾਡਾ ਫਰਜ਼ ਇਹ ਹੈ ਵੀ ਅਸੀਂ ਇਹਨਾਂ ਨੂੰ ਇੱਕ ਚਿੱਠੀ ਪਾ ਕੇ ਹਰ ਜੀ ਇੰਟੀਮੇਟ ਕਰ ਦਈਏ, ਠੀਕ ਹੈ ਨਾ, ਵੀ ਆਹ ਇੱਥੇ ਫਲਾਣੀ ਗੱਲ ਹੋ ਗਈ। ਇਹਦਾ ਮਤਲਬ ਇਹ ਥੋੜ੍ਹੀ ਹੈ ਵੀ ਉਹਦੇ ਅਗੇਂਸਟ ਮੈਨੂੰ 10 ਚਿੱਠੀਆਂ ਹੋਰ ਲਿਖਣੀਆਂ ਪੈਣ ਵੀ ਇਹਨੂੰ ਖਾਲੀ ਕਰਾਓ ਜੀ, ਖਾਲੀ। ਮੇਰਾ ਕੰਮ ਥੋੜ੍ਹੀ ਹੈ, ਕੰਮ ਤਾਂ ਤੁਹਾਡਾ, ਤੁਹਾਨੂੰ ਤਨਖਾਹ ਮਿਲ ਰਹੀ ਹੈ ਇਸ ਗੱਲ ਦੀ। ਮੈਨੂੰ ਤੁਸੀਂ ਕਿਉਂ ਇੰਟੈਰੋਗੇਸ਼ਨ ਦੇ ਵਿੱਚ ਪਾਉਂਦੇ ਪਏ ਹੋ ਵੀ ਮੈਂ ਤੁਹਾਨੂੰ 10 ਚਿੱਠੀਆਂ ਇੱਕ ਚਿੱਠੀ ਦੇ ਅਗੇਂਸਟ ਹੀ ਲਿਖਣੀਆਂ ਨੇ? ਇਹ ਕੋਈ ਤਰੀਕਾ ਥੋੜ੍ਹੀ ਹੈ ਕੰਮ ਕਰਨ ਦਾ। ਥੈਂਕ ਯੂ। ਇਹ ਸਨ ਮਸ਼ਹੂਰ ਆਰਟੀਏ ਐਕਟਿਵਿਸਟ ਰੋਹਿਤ ਸੱਭਰਵਾਲ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਕਨਾਲ ਜ਼ਮੀਨ ਜਿਹੜੀ ਹੈ, ਜ਼ਮੀਨਾਂ ਹੈਗੀਆਂ ਨੇ ਲੁਧਿਆਣਾ ਸ਼ਹਿਰ ਦੇ ਅੰਦਰ ਆਉਂਦੀਆਂ, ਉਹ ਚਾਹੇ ਗਲਾਡਾ ਦੀ ਜ਼ਮੀਨਾਂ ਹੋਣ ਜਾਂ DDPO ਪੰਚਾਇਤ ਦੀ ਜ਼ਮੀਨਾਂ ਹੋਣ, ਉਹ ਜਿਹੜੀ ਕੋਲੋਨਾਈਜ਼ਰ ਹੈਗੇ ਨੇ ਲੁਧਿਆਣੇ 'ਚ ਕਲੋਨੀਆਂ ਜਿਨ੍ਹਾਂ ਨੇ ਕੱਟੀਆਂ ਹੋਈਆਂ, ਉਹਨਾਂ ਵੱਲੋਂ ਮਤਲਬ
ਦੱਬ ਲੀਆਂ ਗਈਆਂ ਹੈ, ਉੱਥੇ ਜਗ੍ਹਾ ਮਤਲਬ ਅੱਗੇ ਲੋਕਾਂ ਨੂੰ ਵੇਚ ਵੀ ਦਿੱਤੀ ਗਈ ਹੈ। ਤੇ ਕਈ ਚਿੱਠੀਆਂ, ਸੈਂਕੜਾ ਚਿੱਠੀਆਂ ਕੱਢਣ ਦੇ ਇਹਨਾਂ ਦੇ ਬਾਵਜੂਦ ਵੀ ਕੋਈ ਵੀ ਇਹਨਾਂ ਨੂੰ ਰਿਸਪੌਂਡ ਨਹੀਂ ਕੀਤਾ। ਯਾਰ ਚਿੱਠੀ ਜਾਓ, ਇੱਕ ਚਿੱਠੀ ਆ ਜਾਂਦਾ ਵੀ ਅਸੀਂ ਕਾਰਵਾਈ ਕਰ ਰਹੇ ਹਾਂ, ਕਰਦੇ ਪਏ ਹਾਂ, ਅਫਸਰਾਂ ਦੀ ਡਿਊਟੀ ਲਾਤੀ ਹੈ, ਪਰ ਹਜੇ ਤੱਕ ਕੋਈ ਵੀ ਰਿਜ਼ਲਟ ਸਾਹਮਣੇ ਨਹੀਂ ਆਇਆ ਹੈਗਾ। ਚਲੋ ਜਦੋਂ ਅਸੀਂ ਜਲਦ ਹੀ ਕੋਸ਼ਿਸ਼ ਕਰਾਂਗੇ ਇਸ ਸੰਬੰਧੀ ਗਲਾਡਾ ਦੇ ਅਫਸਰਾਂ ਨਾਲ ਤੇ ਡੀਡੀਪੀਓ ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਾਕੀ ਇਸ ਸਟੋਰੀ ਤੋਂ ਬਾਅਦ ਡੀਡੀਪੀਓ ਸਾਹਿਬ ਤੇ ਗਲਾਡਾ ਦੇ ਜਿਹੜੇ ਮੇਨ ਅਫਸਰ ਹੈਗੇ ਨੇ ਖੁਦ ਦੇਖਣ ਜਿਹੜੀ ਇਹਨਾਂ ਚਿੱਠੀਆਂ ਕੱਢੀਆਂ, ਸ਼ਿਕਾਇਤਾਂ ਕੀਤੀਆਂ, ਜਿਹੜਾ ਵੀ ਰੋਹਿਤ ਸੱਭਰਵਾਲ ਜੀ ਵੱਲੋਂ ਰਿਕਾਰਡ ਭੇਜਿਆ ਗਿਆ ਜਿੱਥੇ ਕਬਜ਼ਾ ਕੀਤਾ ਹੋਇਆ ਹੈ ਕਲੋਨੀਆਂ ਵੱਲੋਂ, ਉਹਨਾਂ ਦਾ ਉਹ ਕੀ ਹੱਲ ਕੋਈ ਕਰ ਪਾਉਂਦੇ ਨੇ ਕਿ ਨਹੀਂ ਕਰ ਪਾਉਂਦੇ, ਕਿ ਇੱਦਾਂ ਹੀ ਜੇ ਜ਼ਮੀਨਾਂ ਦਬਵਾ ਕੇ ਸਰਕਾਰ ਦੀਆਂ ਸਰਕਾਰੀ ਖਜ਼ਾਨੇ ਨੂੰ ਸੇਨ ਲੱਗਦੀ ਰਹੂਗੀ ਤਾਂ ਸਰਕਾਰ ਖਬਰ ਦਿਨ ਭਰ ਵੱਲੋਂ ਸੀਐਮ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਆਪ ਥੋੜ੍ਹਾ ਜਿਹਾ ਇਨੀਸ਼ੀਏਟਿਵ ਲੈ ਕੇ ਇਸ ਚੀਜ਼ 'ਚ ਇਸ ਦਾ ਹੱਲ ਜਲਦੀ ਤੋਂ ਜਲਦੀ ਕਰਨ। ਉਹ ਲੁਧਿਆਣਾ ਤੋਂ ਕੈਮਰਾ ਪਰਸਨ ਬੋਵੀ ਨੰਦਾ ਨਾਲ ਹਰਸ਼ ਕੁਮਾਰ, ਖਬਰ ਦਿਨ ਭਰ।